ਮਾਂ ਜੀ ਹੁਣ ਗੱਲ ਭਲਾ ਕੀ ਜੇ ਪਿਛਲੀਆਂ ਸਾਰੀਆਂ ਦੀ ਮਾਫੀ ਦਿਓ। ਅਸੀਂ ਤੁਹਾਡਾ ਕੀਤਾ ਸੀ ਪ੍ਰੈਂਕ ਤੇ ਮੈਂ ਤੇ ਸੋਚਦੀ ਸਾਂ ਅੱਲਾ ਜਾਣੇ ਮੈਂ ਹੁਣ ਆ ਗਈ ਆ ਤੇ ਮੈਂ ਕਿਹੜਾ ਹਿੱਸਾ ਵੰਡਾ ਕਦੀ ਮੈਂ ਉਹਦੇ ਮੂੰਹ ਵੱਲ ਵੇਂਦੀ ਸਾਂ ਤੇ ਕਦੀ ਉਹਦੇ ਵੱਲ ਵੇਂਦੀ ਸਾਂ ਅੰਸਾ ਹੋਰੇ ਹੁਣ ਮੈਨੂੰ ਇਹਨਾਂ ਕਿਹੜੇ ਸਿਆਪੇ ਚ ਪਾ ਦਿੱਤਾ ਮੈਨੂੰ ਤਾਂ ਹੀ ਸੱਦਿਆ ਨੇ ਕੋਲ। ਮਾਂ ਜੀ ਦੇਖੋ ਇੱਕ ਪ੍ਰੈਂਕ ਚ ਵੀ ਸਬਕ ਹੀ ਹੁੰਦਾ ਹੈ ਨਾ ਐ ਚੀਮਾ ਸਾਹਿਬ ਇੱਕ ਸਮਝ ਲਓ ਸਬਕ ਹੀ ਸੀ ਨਾ ਮਾਂ ਜੀ ਵੇਖੋ ਨਾ ਅੱਜ ਕੱਲ ਜਿਹਦਾ ਸਬਕ ਤੇ ਉਂਝ ਬੰਦੇ ਦਾ ਤਰਾ ਕੱਢ ਛੱਡਦਾ। ਨਹੀਂ ਕੋਈ ਨਹੀਂ ਮਸਲਾ ਦੇਖੋ ਨਾ ਸਾਡਾ ਕੁਝ ਨਹੀਂ ਵੰਡਿਆ ਮਾਸ਼ਾਅੱਲਾ ਭਰਾਵੇ ਸਾਡਾ ਸਾਡੇ ਨਾਲ ਬੜੀ ਮੁਹੱਬਤ ਕਰਦਾ ਠੀਕ ਹੈ ਨਹੀਂ ਉਹ ਬੀਬਾ ਜਿਹਾ ਪੁੱਤਰ ਹੈ ਮੇਰਾ ਤੇ ਬਾਕੀ ਅਲਹਮਦੁਲਿਲਾ ਚਾਂਦ ਵੀ ਰਾਜ਼ੀ ਆਪਣੇ ਥਾ ਕਿਉਂਕਿ ਸ਼ੁਕਰ ਹੈ ਅੱਲਾ ਦਾ ਮੈਂ ਖਾਂ ਐਡਾ ਬੰਦਾ ਅੰਮਾ ਜੀ ਕਾਰੋਬਾਰ ਅਲਹਮਦੁਲਿਲਾ ਇਹਦਾ ਆਪਣਾ ਚਾਂਦ ਦੇ ਆਪਣਾ ਅਲਹਮਦੁਲਿਲਾ ਮੇਰਾ ਜਿਹੜਾ ਨਾ ਮੈਂ ਵੀ ਨਾਲ ਪਿਆ ਨਾਲ ਅੱਲਾ ਦਾ ਸ਼ੁਕਰ ਪੁੱਤਰ ਚੱਲ ਤੂੰ ਵੱਡਾ ਵੇਂ ਨਾਲ ਇਹਨਾਂ ਨੂੰ ਲਈ ਫਿਰਨਾ ਵੱਡੇ ਮਾਰ ਖਾ ਲੈਂਦੇ ਨੇ। ਲੇਕਿਨ ਹਕੀਕਤ ਇਹ ਵੀ ਅੰਮਾ ਜੀ ਇਹ ਜੈਨੂਇਨ ਗੱਲ ਹੈ ਕਿ ਘਰਾਂ ਦੇ ਵਿੱਚ ਜਾਂ ਤੇ ਵੱਡੇ ਜਿਹੜੇ ਨਾ ਹਮੇਸ਼ਾ ਮਾਰ ਖਾਂਦੇ ਰਹਿੰਦੇ ਨੇ ਤੇ ਜਾਂ ਜਿਹੜਾ ਨਾ ਸਭ ਕੁਝ ਇਕੱਲੇ ਖਾ ਪੀ ਜਾਂਦੇ। ਹਾਂਜੀ ਗੱਲ ਨਹੀਂ ਹੈ ਪੁੱਤਰ ਬੜਿਆ ਘਰਾਂ ਚ ਨੇ ਪਰ ਨਿੱਕੇ ਪਰਦੇਸਾਂ ਕੱਟਦੇ ਰਹਿੰਦੇ ਨੇ ਤੇ ਪਿੰਡ ਵਾਲੇ ਜਿਹੜੇ ਨੇ ਉਹ ਜਗੀਰਦਾਰ ਬਣ ਕੇ ਬੈਠੇ ਹੁੰਦੇ ਨੇ ਉਹ ਨੇੜੇ ਨਹੀਂ ਆਉਂਦੇ ਜਿੱਦਾਂ ਬਾਹਰ ਵਾਲਿਆਂ ਦੀਆਂ ਵਿਚਾਰੇ ਦੇ ਗੋਡੇ ਗਿੱਟੇ ਛਿੱਲੇ ਹੁੰਦੇ ਨੇ ਭਾਰ ਜਾਂਦੇ ਨੇ ਉਦੋਂ ਅਗਲੇ ਨੇੜੇ ਨੇ ਉਹਨਾਂ ਦੇ ਤਨਾਜ਼ੇ ਪੈ ਜਾਂਦੇ ਨੇ। ਲਿਹਾਜ਼ਾ ਇਹਨਾਂ ਗੱਲਾਂ ਤੋਂ ਬਚੋ ਮਿਹਰਬਾਨੀ ਕਰਕੇ ਵੱਡੇ ਥਾਂ ਰਵੇ ਨਿੱਕਾ ਸਭ ਤੋਂ ਪਹਿਲਾਂ ਮਾਂ ਪਿਓ ਦਾ ਇਨਸਾਫ ਹੋਵੇ ਨਾ ਤੇ ਫਿਰ ਹਮੇਸ਼ਾ ਉਹ ਕਿਤੇ ਵੀ ਨਹੀਂ ਬੇਇਨਸਾਫੀ ਹੋ ਸਕਦੀ। ਤੇ ਜਿੱਦਾਂ ਰੋਟੀ ਸਾਰੀ ਆ ਕੇ ਤੂੰ ਇੱਕ ਕੋਈ ਐਸੀਆਂ ਮਾਵਾਂ ਹੁੰਦੀਆਂ ਨੇ ਉਹ ਹੁਣ ਮੈਂ ਆਪਣੀ ਨਹੀਂ ਮਿਸਾਲ ਦਿੰਦੀ ਕਈ ਐਸੀਆਂ ਮਾਵਾਂ ਹੁੰਦੀਆਂ ਨੇ ਇੱਕ ਪੁੱਤਰ ਵਾਲੀ ਤਿਆਰ ਰੱਖਦੀਆਂ ਨੇ ਦੂਜੇ ਵਾਰ ਰੱਖਦੀਆਂ ਸਹੀ ਗੱਲ ਉਹ ਭਾਵੇਂ ਚਟਨੀ ਨਾ ਖਾਂਦਾ ਹੋਵੇ ਤੇ ਨਾਲ ਦਾ ਕੁਝ ਨਾ ਆਵੇ ਪੁੱਤਰ ਅਹਿਸਾਸ ਦਵਾਓ ਪੁੱਤਰਾਂ ਦੇ ਵਿੱਚ ਪੁੱਤਰ ਤੇਰਾ ਨਿੱਕਾ ਭਰਾ ਪੁੱਤਰ ਤੇਰਾ ਵੱਡਾ ਭਰਾ ਆਵੇ ਚਲੋ ਅੱਲਾ ਰਹਿਮ ਕਰੇ ਭਰਾਵਾਂ ਦੇ ਦਿਲ 'ਚ ਅਹਿਸਾਸ ਹੋ ਜਾਣ ਤੇ ਬੜੀ ਬਰਕਤ ਹੋ ਜਾਂਦੀ ਹੈ। ਆਏ ਆਏ ਕੇ ਜਾਵਾਂ अस्सलाम वालेकुम ਪਰੀਆਂ ਚਿੜੀਆਂ ਨਿਕਲ ਕੇ ਜਾਵਾਂ हाँ जी भाई किया ओए होए ओए ओ ਫਾੜ ਦੇ ਚਾਹੀ ਸੌਰੀ ओए होए ਸੌਰੀ अस्सलाम ਨਹੀਂ वालेकुम ਛੱਡਿਆ ਕੱਪੜਿਆਂ ਦਾ ਵੇਖ ਲੈ आमदी ਓਏ ਦਾਦੀ ਜੋ ਇੱਥੇ ਬਾਹਰ ਬੈਠੀ ਝਾੜੀ ਵੇ ਮੇਰਾ ਪੁੱਤਰ ਜਰਾ ਘਰ ਨਹੀਂ ਮੇਰੇ ਕੋ ਥੱਲੇ मेरा सुर स्वाद नहीं मां मेरे अंदर छड़या ਓਏ ਜਾ ਮਾਮਾ ਨੂੰ ਆ ਝਾੜ ਦੇਵੇ ਜਰਾ ਕੋ हैं ਮਲੀ ਨਾ कोई नहीं हुन खैर ਆ हो ਵਿੱਚ ਲੱਗ ਜਾਣ की गल है मेरा हो गई सुलह मेरी मां दी लगदा सलूक ना बे ਕਿਹੜੇ ਲਈ ਹੋਈ ਅਰੇ ਕੋਈ ਮੈਂ ਤੇ ਉਹ ਤੇ ਬੈਠੇ ਸਨ ਮੈਂ ਤੇ ਖੜੋ ਕਿੱਥੋਂ ਦੀ ਆ ਗਈ ਨਹੀਂ ਇੱਥੇ हुन हो ही गई है मतलब ਵੇਖਿਆ ਹੀ ਨਹੀਂ ਮੈਨੂੰ ਪਤਾ नहीं हैं ओ राजी जो हो गई होने इस तरह नहीं चलो अल्लाह का शुक्र है सुलह आज जो खवा लिया ही अपना खाना सारे यार तो फिर उसको ਇਕੱਠਾ पता ही हो हाँ जी हुन याद आया जी ਹੋਟਲ ਚ ਗਏ ਸਨ ਸਾਰਾ ਟੱਬਰ आहो ਤੇ ਫਿਰ ਕਿਸੇ ਸਾਹਮਣੇ ਲੜਾਈ ਕੀ ਕਰਨੀ ਹੈ। हाँ जी हां ना ना ਚਲੋ ਜੀ ਅੱਛੀ ਬਾਤ ਹੈ ਮੈਂ ਜੀ ਇਹ ਜਿਹੜੇ ਹਕੀਕਤ ਹੈ ਵੀ ਪੁਰਾਣੇ ਜ਼ਮਾਨੇ ਦੇ ਵਿੱਚ ਨਾ ਇਸੇ ਤਰ੍ਹਾਂ ਹੀ ਜੀ ਹੁੰਦੇ ਸਨ ਜਿਹੜਾ ਨਾ ਸਾਡੇ ਪੁੱਤਰ ਕਿਹੜੀਆਂ ਗੱਲਾਂ ਨਹੀਂ ਐਵੇਂ ਜਾਣ ਕੇ ਜਾਂ ਕੋਈ ਗੱਲ ਤੋਂ ਗੁੱਸਾ ਲੱਗੇ ਤੇ ਆਖੀ ਇੰਜ ਨਾ ਕਰੋ ਇਹ ਹੁਣ ਗੱਲਾਂ ਵਡੇਰਿਆ ਹੋਈਆਂ ਉਹਨਾਂ ਮੈਨੂੰ ਪਿਆ ਡਕਣਾ ਮੈਂ ਉਹਨਾਂ ਨੂੰ ਡਕਣਾ ਲੜਾਈ ਛੜਾਈ ਅਸਾਂ ਕਿਹੜੇ ਕਿ ਹੁਣ ਤੇ ਅੱਲਾ ਲੜਾਈ ਇਹ ਹੀ ਹੁੰਦੀ ਹੈ ਕਿ ਮੈਂ ਸਾਰੀ ਰਾਤ ਖੰਗਦੀ ਰਹੀ ਤਾਂ ਮੈਨੂੰ ਪੁੱਛਿਆ ਕੁਛ ਨਹੀਂ ਤਾਂ ਮੈਂ ਇੰਜ ਹੋ ਗਿਆ ਉਹ ਨਹੀਂ ਇਹ ਹੀ ਲੜਾਈ ਕਿ ਉਹ ਜਾਂ ਕਿ ਹੋਰ ਅਸਾਂ ਕੀ ਕਰਨਾ ਅੱਲਾ ਮਾਫ ਕਰੇ ਲੜਾਈਆਂ ਕਾਦੀਆਂ ਨੇ ਸਾਡੀਆਂ ਲੜਾਈਆਂ ਕੋਈ ਨਾਲੇ ਸਿਰ ਦੇ ਸਾਈਂ ਧੜੇ ਵਟੇ ਦਾ ਵੈਰ ਕੀ ਰੱਖਣਾ ਇਹ ਤੇ ਮੇਰੀ ਗੱਲ ਸੁਣ ਉਹ ਬੇਵਕੂਫੀ ਜਨਾਨੀ ਹੋਏਗੀ ਜਿਹੜੀ ਵਿੱਡਣ ਵਿੱਡ ਕੇ ਬਹਿ ਰਵੇ ਮਤਲਬ ਨਾਲ ਆਪਣਾ ਲੜਾਈਆਂ ਨਹੀਂ ਹੁੰਦੀਆਂ ਲਾਡੀਆਂ ਹੁੰਦੀਆਂ ਘੱਟਾ ਲਾਡੀ ਇਹਨੂੰ ਲਾਡੀਆਂ ਤੇ ਹੁਣ ਤੁਰੀਆਂ ਨੇ ਅੱਗੇ ਲਾਡੀਆਂ ਨਹੀਂ ਇਹੋ ਕੋਈ ਚੁੱਪ ਕਰਕੇ ਤੇ ਆਪਣਾ ਦਰ ਵੱਟ ਕੇ ਭਾਂਡੇ ਪੇ ਮਾਂਜੇ ਪੱਕ ਸਾਹ ਨਾਲ ਅੱਛਾ ਚੰਗੇ ਰਗੜੇ ਲਾਲਾ ਪਤੀਲੇ ਚਿੱਟੇ ਹੋ ਜਾਂਦੇ ਹੁੰਦੇ ਜਿਹੜਾ ਗੁੱਸਾ ਹੋਣਾ ਪਤੀਲੇ ਨੂੰ ਰਗੜੀ ਜਾਣਾ ਰੇਤ ਨਾਲ ਪਤੀਲੇ ਨੂੰ ਰਗੜੀ ਜਾਣਾ ਦਬ ਮਾਂਜ ਕੇ ਪੂਰੀ ਬੰਨੀ ਪਾਰ ਛੜਨੀ ਕਰਨੀ ਤੇ ਆਖਰਾ ਅੱਜ ਵਾਵਾ ਚਿੱਟੇ ਹੋ ਕਰ ਛੜੇ ਸੇ ਗੁੱਸੇ ਚ ਉਹ ਵੀ ਮਾਂਜ ਘਤਲੇ ਚੰਗੇ ਤਾਂ ਹੱਥ ਵੀ ਨਾ ਮਾਂਜ ਘਤਲੇ ਨਾਲ ਹੱਥ ਵੀ ਸੋਹਣੇ ਚਿੱਟੇ ਹੋ ਜਾਣ ਬੜਾ ਜ਼ੋਰ ਲਾ ਕੇ ਭਾਂਡੇ ਮਾਂਜੇ ਹੁਣ ਤੇ ਸਾਫ ਸੁਥਰੇ ਅਮਾ ਜੀ ਹੁਣ ਤੇ ਹੱਥ ਚਿੱਟੇ ਕਰਨ ਵਾਸਤੇ ਲੋਕੀ ਕਰੀਮਾਂ ਲਾਉਂਦੇ ਨੇ ਨਾ ਅੱਲਾ ਜਾਣੇ ਉਦੋਂ ਹੱਥ ਚਿੱਟੇ ਕਰਨ ਵਾਸਤੇ ਲੋਕ ਘੁੱਟ ਕੇ ਭਾਂਡੇ ਮਾਂਜਦੇ ਸਨ ਕਿੱਥੇ ਪੁੱਤਰ ਸਿਰ 'ਚ ਲੱਸੀ ਪਾ ਕੇ ਤੇ ਸਿਰ ਤੋਂ ਸਰਦੀਆਂ ਦੇ ਵਿੱਚ ਹੁਣ ਤੇ ਠੰਡ ਮੈਂ ਅੱਗੇ ਪਿਆਖਾ ਸਾਡੇ ਘਰ ਕਿੱਥੇ ਲੱਗ ਲੱਸੀ ਖੱਟੀ ਵਧਣੀ ਨਾ ਤੇ ਕੁੱਜੇ 'ਚ ਪਾ ਛੜੀ ਦੀ ਸੀ ਕੁੱਜੇ 'ਚ ਪਾ ਕੇ ਤੇ ਉਤੋਂ ਕਾਜ ਛੜਨੀ ਕਰਨੀ ਤੇ ਜੁਮੇ ਵਾਲੇ ਦਿਨ ਤੇ ਨਾਈਦਾ ਸੀ ਉਹ ਲੱਸੀ ਨੂੰ ਜਰਾ ਕੁ ਦਾਬੜੇ 'ਚ ਪਾ ਕੇ ਰੋਟੀਆਂ ਪਕਾ ਲੈਣ ਤੇ ਉੱਤੇ ਧਰਨੀ ਤੇ ਉਹ ਤੱਤੀ ਹੋ ਜਾਣੀ ਉਹ ਸਿਰ 'ਚ ਪਾਣੀ ਤੇ ਡਾ ਸੋਹਣਾ ਖੁੰਬ ਵਰਗਾ ਸਿਰ ਹੋ ਜਾਣਾ ਫਿਰ 8 ਦਿਨ ਸਾਬਣ ਲਾਇਆ ਨਹੀਂ ਸੀ ਕਦੀ ਹੁੰਦਾ ਤੇ ਲੱਸੀ ਦਾ ਸਿਰ ਧੋਈਦਾ ਸੀ ਤੇ ਠੰਡ ਲੱਗਦੀ ਹੀ ਨਹੀਂ ਸੀ ਦੂਜੀ ਲੱਸੀ ਖੱਟੀ ਪਿੰਡੇ ਨੂੰ ਮਾਲ ਮੋਲ ਕੇ ਨਾ ਧੋ ਲਈਦਾ ਇਹ ਸਭ ਲੱਭਦੇ ਕਿੱਥੇ ਹੁਣ
ਆ ਇਹ ਲੱਭਦੇ ਵੀ ਤਾਂ ਨਹੀਂ ਸਨ ਇਹ ਤਾਂ ਸਾਰੇ ਸਾਬਣ ਤੇ ਸ਼ੈਂਪੂ ਤੇ ਮਾਰ ਲੋਸ਼ਨ ਪਿੰਡੇ ਵਾਲਾ ਵੱਖਰਾ ਹੈ ਤੇ ਮੂੰਹ ਵਾਲਾ ਵੱਖਰਾ ਹੈ ਤੇ ਸਿਰ ਵਾਲਾ ਵੱਖਰਾ ਹੈ ਹੱਥ ਵਾਲਾ ਵੱਖਰਾ ਹੈ। ਉਹ ਫਿਰ ਵੀ ਜੀ ਬਿਮਾਰ ਨੇ ਤੇ ਫੇਰ ਵੀ ਜੀ ਬਿਮਾਰ ਨਾ ਪਤਾ ਹੀ ਨਹੀਂ ਕਸਮੇ ਖੱਟੀ ਲੱਸੀ ਪੌੜੀਆਂ ਥੱਲੇ ਤਾਂ ਕੁਝ ਚ ਪਾ ਕੇ ਤਾਰ ਛੜੀਦੀ ਸੀ ਭਈ ਆਣਾ ਨਾ ਕੋਈ ਪੀ ਲਵੇ ਤੇ ਉਹਦੇ ਨਾਲ ਸਿਰ ਧੋਈਦਾ ਸੀ। ਪਹਿਲੀਆਂ ਬੀਬੀਆਂ ਤੇ ਮੈਂ ਵੇਖ ਕੇ ਅਮੀ ਜੀ ਸੁਣਿਆ ਸੀ ਕਿ ਇਹਦੇ ਪਿੱਛੇ ਪੈਰਾਂ ਸਿੱਧਾ ਵਾਲ ਹੁੰਦੇ ਸਨ। ਹਾਂ ਐਡੀ ਐਡੀ ਮੋਟੀ ਗੁੱਤ ਕਾਲੇ ਸ਼ਾਹ ਵਾਲ ਗੁੰਦ ਕੇ 8 ਦਿਨ ਜਦੋਂ ਸਿਰ ਧੋੜਿਆ ਨਾ ਉਦਾਂ ਨਹੀਂ ਸਰੋਂ ਦਾ ਤੇਲ ਲਾ ਕੇ ਕੁੱਟ ਕੇ ਗੁੱਤ ਕਰਨੀ ਮਗਰ ਫਿਰ 8 ਦਿਨ ਚੇਤਾ ਹੀ ਨਾ ਹੋਣਾ ਫੇਰ ਸਕਣਗੀ ਵੀ ਫੇਰ ਨਹੀਂ ਅੱਛਾ ਨਾ ਕਦੀ ਖੁੱਲੇ ਹੀ ਨਹੀਂ ਸਨ ਮੂੰਹ ਅੱਗੇ ਆਏ ਹੀ ਨਹੀਂ ਸਨ ਤੇ ਸੋਹਣੀ ਗੁੱਤ ਕਰਨੀ ਜੇ ਕਿਸੇ ਨੇ ਕੋਈ ਨਾ ਕਿਸੇ ਨੇ ਜੀ ਹੋਣਾ ਤੇ ਲਾ ਕੇ ਕਪੜਾ ਤੇ ਤਾਰ ਤੇ ਸੁੱਟਣਾ ਤੇ ਲੰਗੋਟਾ ਕਰਕੇ ਮਾਂਜਾ ਬੁੱਕਰ ਫੇਰ ਕੇ ਤੇ ਜੇ ਕਿਸੇ ਸੱਸ ਨੇ ਅੰਦਰ ਨਿਕਲ ਨੀਤੀ ਗੇ ਨਹੀਂ ਉਹਨਾਂ ਹੁੰਜਿਆ ਨਹੀਂ ਜਿੰਨਾ ਸਿਰ ਚ ਪਾ ਲੇ ਨੀਤੀ ਇਹ ਸਿਰ ਕੱਜ ਕੇ ਬੋਕਰ ਫੇਰ ਨਹੀਂ ਨੈਸ਼ ਹੁੰਦਾ ਬੰਦਾ ਜਿਹੜਾ ਸਿਰ ਕੱਜ ਕੇ ਬੋਕਰ ਫੇਰੇ ਹੁਣ ਮੈਨੂੰ ਦੱਸ ਸਿਰ ਨਹੀਂ ਹੁਣ ਬੋਕਰ ਫੇਰਦੀ ਨਹੀਂ ਹੁਣ ਸਿਰ ਕੱਜ ਕੇ ਨਮਾਜ਼ ਨਹੀਂ ਪੜਦੀਆਂ ਨਹੀਂ ਜਿਹੜੀਆਂ ਪੜਦੀਆਂ ਨੇ ਨਾ ਉਹ ਤੇ ਅਲਹਮਦੁਲਿਲਾ ਮੇਰਾ ਪੜਦੀਆਂ ਕਹਿੰਦਾ ਅਮੀ ਬੜੀਆਂ ਤੁਹਾਡੀਆਂ ਧੀਆਂ ਨੇਕ ਨੇ ਅੱਲਾਹ ਪਾਕ ਔਰ ਮੈਂ ਤੁਹਾਨੂੰ ਦੱਸਾਂ ਤੁਹਾਨੂੰ ਵੇਖਣ ਵਾਲੀਆਂ 99% ਉਹ ਘਰ ਦੀਆਂ ਨੇ ਬੀਬੀਆਂ ਨੇ ਜਿਹੜੀਆਂ ਨਮਾਜ਼ ਪੜ੍ਹਦੀਆਂ ਨਮਾਜ਼ ਰੋਜ਼ੇ ਦਾ ਕਰਦੀਆਂ ਇੱਥੋਂ ਤੱਕ ਕਿ ਤੁਹਾਡੀ ਕੋਈ ਥੋੜੀ ਜਿਹੀ ਵੀ ਹੋਵੇ ਨਾ ਤੇ ਉਹ ਵੀ ਆਵਾਂਦੇ ਨੇ ਕਿ ਭਾਈ ਇਹ ਵੀ ਸਹੀ ਕਰੋ ਮਾਰੀ ਦੀ ਇਹ ਗੱਲ ਆਨੀ ਆ ਕਿ ਜਿਹੜੀਆਂ ਨਹੀਂ ਕਰਦੀਆਂ ਉਹ ਵੀ ਕਰ ਮੈਨੂੰ ਅੱਲਾ ਦਾ ਸ਼ੁਕਰ ਹੈ ਮੈਂ ਫਖਰ ਕਰਨੀ ਜਿਹੜੀਆਂ ਧੀਆਂ ਪੁੱਤਰ ਮਾਵਾਂ ਭੈਣਾਂ ਮੇਰੇ ਨਾਲ ਜੁੜੀਆਂ ਨੇ ਨਾ ਮੈਂ ਉਹਨਾਂ ਦਾ ਸਲੀਕੇ ਵਾਲੀਆਂ ਨੇ ਸਾਰੀਆਂ ਸਲੀਕੇ ਵਾਲੀਆਂ ਔਰ ਮੇਰੇ ਘਰ ਮਿਲਣ ਆਈਆਂ ਨੇ ਤੇ ਇੰਜ ਨਹੀਂ ਜਿਵੇਂ ਮੇਰੀਆਂ ਰਿਸ਼ਤੇਦਾਰ ਨੇ ਕਸਮ ਇਹ ਨਾ ਆ ਬਲਾਗ ਵੇਖਿਆ ਤੇ ਮੈਨੂੰ ਇੰਜ ਮਿਲਣ ਆਉਂਦੀਆਂ ਸੀ ਜਿਵੇਂ ਮਾਸੀ ਨੂੰ ਮਿਲਣ ਆਉਂਦੀਆਂ ਉਹਨੂੰ ਇੰਜ ਮਿਲਣ ਆਉਂਦੀਆਂ ਜਿਵੇਂ ਮਾਂ ਨੂੰ ਮਿਲਣ ਆਉਂਦੀ ਔਰ ਐਡੇ ਅਦਬ ਨਾਲ ਐਡੀ ਮੁਹੱਬਤ ਨਾਲ ਲੋਕ ਕਹਿੰਦੇ ਮੈਂ ਇਹ ਨਹੀਂ ਆਂਦੀ ਤੋਬਾ ਨੌਜ਼ ਬਿਲਾ ਮੈਂ ਇਹ ਆਨੀ ਆ ਜਿਹੜੀਆਂ ਨਹੀਂ ਉਹ ਵੀ ਇਸ ਸੱਚੇ ਰਾਹ ਤੇ ਆ ਜਾ ਕੋਈ ਕਮੀ ਪੇਸ਼ੀ ਰਹਿ ਹੀ ਜਾਂਦੀ ਹੈ ਨਾ ਮੈਂ ਕਿਹੜੀ ਕੋਈ ਆਲਮ ਸਾਦੀ ਮਾਂ ਨਹੀਂ ਸਾਨੂੰ ਏਡੀਆਂ ਆਉਂਦੀਆਂ ਨਹੀਂ ਮੇਰੇ ਚ ਤੇ ਨਾਲੇ ਜਿਹੜੇ ਲੋਕ ਵੇਖ ਕੇ ਗਏ ਨੇ ਉਹਨਾਂ ਨੂੰ ਸਾਰਿਆਂ ਨੂੰ ਪਤਾ ਹੈ ਕੋਈ ਝੂਠ ਨਹੀਂ ਇਹਦੇ ਵਿੱਚ ਫਿਰ ਮੈਂ ਨਾਸ਼ਤਾ ਕਰੀਏ ਮਾਂ ਜੀ ਫਿਰ ਅਗਲੀ ਖਾਣਾ ਹੀ ਅਜੇ ਕੁਝ ਹਾਂਜੀ ਨਾਸ਼ਤਾ ਅਜੇ ਸੁੱਚੇ ਮੂੰਹ ਹਾਂ ਅੱਜ ਪੈਦਲ ਹੀ ਆ ਰਿਹਾ ਸੋਣਾ ਜਦੋਂ ਜ਼ਿੰਦਗੀ ਮਾੜੀ ਹੋਵੇ ਤੇ ਇਨਸਾਨ ਪੈਦਲ ਹੀ ਹੁੰਦਾ ਸਲਾਮ ਵਾਲੇਕਮ ਸਲਾਮ ਅੱਲਾ ਖੈਰ ਕਰੇ ਜ਼ਿੰਦਗੀ ਮਾੜੀ ਕਿਉਂ ਕੀ ਅੱਜ ਆਂਦਾ ਸੀ ਕਿ ਵਾਕ ਕਰਦੇ ਜਾਣਾ ਅੱਛਾ ਜੀ ਅਜੇ ਤਾਂ ਸਵੇਰੇ ਇਹਨੇ 2 ਕਿਲੋਮੀਟਰ ਕੀਤੀ ਹੈ ਵਾਰ ਫੋਨ ਕੀਤਾ ਇੱਕ ਬੰਦੇ ਨੂੰ ਫੋਨ ਕੀਤਾ ਹਾਂ ਉਹ ਆ ਰਿਹਾ ਗੱਡੀ ਲੈ ਕੇ ਆਇਆ ਕੋਈ ਨਹੀਂ ਫਿਰ ਦੂਜੇ ਨੂੰ ਫੋਨ ਕੀਤਾ ਉਹ ਵੀ ਕੋਈ ਨਹੀਂ ਆਇਆ ਜੀ ਬੇਟਾ ਜੀ ਚਾਚੂ ਊਕ ਅੱਛਾ ਹੋਰ ਸੁਣਾਓ ਮਾਂ ਜੀ ਤਬੀਅਤ ਦੀ ਸੁਣਾਓ ਆ ਵੇਖ ਨਾ ਸੁਲਾ ਹੋ ਗਈ ਇਹ ਚੈੱਕ ਨਹੀਂ ਕੀਤਾ ਵਾਹ ਜੀ ਵਾਹ ਸੁਲਾ ਕਰ ਲੜੇ ਕਦੋਂ ਤੇ ਘਾਤੇ ਚਾਹ ਦੇ ਸਵਾਦ ਫੁਲਾ ਦਾ ਨਾ ਸਾਰਿਆਂ ਨੂੰ ਖਾਣਾ ਖਵਾਇਆ ਰਾਤੀ ਖਵਾ ਦੇ ਛੜੀ ਰੋਟੀ ਸਾਰਿਆਂ ਨੂੰ ਰਾਤੀ ਕਿੱਥੇ ਸੈਂ ਮੈਂ ਉੱਥੇ ਹੀ ਸਾਰਾ ਰਾਤੀ ਪਰ ਤੁਸੀਂ ਮੈਨੂੰ ਦੱਸਿਆ ਨਹੀਂ ਸੁਲਾ ਦਈਏ ਮੈਨੂੰ ਤੇ ਅਸੀਂ ਰੋਣਾ ਤੇ ਲਪਾਈ ਦਾ ਚਾਲਾਂ ਦਾ ਉਲਟਾ ਕਰਨਾ ਹਾਂ ਸਭ ਤੁਸੀਂ ਯਕੀਨ ਮੰਨੋ ਆਪਣੇ ਆਪ ਨੂੰ ਤੁਸੀਂ ਨਾ ਵੇਖੋ ਇਸ ਉਮਰੇ ਤੇ ਆਪਣੇ ਆਪ ਨੂੰ ਜਰਾ ਮਰਦ ਬਣੋ ਨਾ ਯਾਰ ਤੁਸੀਂ ਨਹੀਂ ਮੰਨੀ ਹੁੰਦਾ ਇਸਾਨ 2-3 ਦਿਨ ਤੁਹਾਨੂੰ ਚਾਹੀਦਾ ਸੀ ਮੰਨਦਾ ਹੀ ਨਾ ਐ ਲੈ ਮੈਂ ਕਹਿੰਦਾ ਤਾਂ ਜ਼ਰਾ ਯਾਰ ਪਤਾ ਚੱਲੇ ਨਾ ਕੋਈ ਬੰਦਾ ਕਸਮਾਂ ਨੂੰ ਖਾਵੇ ਤੂੰ ਕੋਈ ਨਾ ਕੋਈ ਕਰਕੇ ਹੀ ਛੱਡਣਾ ਲੜਾਈ ਤੇ ਸਾਡੀ ਕੋਈ ਨਹੀਂ ਤੇ ਪਕੜਾ ਕੇ ਹੀ ਛੱਡਣੀ ਆ ਲੜ ਕੇ ਕੀ ਕਰਨਾ ਮੈਨੂੰ ਬਾਉ ਨਹੀਂ ਪਤਾ ਪੁੱਤਰ ਜਦੋਂ ਉਹ ਪਤਾ ਕੀ ਹੈ ਸਾਡੀ ਤੇ ਮਥਾਜੀ ਹੈ ਇੱਕ ਦੂਜੇ ਨੂੰ ਵਡੇਰਾ ਬੰਦਾ ਹੋਵੇ ਇੱਕ ਦੂਜੇ ਮੈਂ ਜੇ ਉੱਠੀ ਹੈ ਤੇ ਉਹਨੇ ਆਖਣਾ ਮੈਨੂੰ ਪਾਣੀ ਫੜਾ ਦੇ ਤੇ ਜੇ ਉਹ ਉੱਠੇ ਤੇ ਮੈਂ ਆਖਣਾ ਮੈਨੂੰ ਫੜਾ ਦਿਓ ਹਾਂ ਸਾਡੀ ਤੇ ਆ ਆਈ ਤੇ ਜੇ ਅਸੀਂ ਨਾ ਤੁਹਾਨੂੰ ਤੇ ਆਵਾਜ਼ਾਂ ਮਾਰੀਏ ਉਹ ਜੇ ਸਹੀ ਗੱਲ ਹੈ ਸੁਣਨੇ ਕੋ ਨਹੀਂ ਕਿਉਂ ਜੀ ਅਸੀਂ ਕਿਉਂ ਨਹੀਂ ਸੁਣਨੇ ਅੱਲਾ ਮਾਫ ਵੇ ਮਤਲਬ ਦੂਰ ਜੋ ਹੈ ਹਾਂ ਤੇ ਦੂਰੇ ਸੁੱਤੇ ਹੁੰਦੇ ਹੋ ਨਹੀਂ ਨਾ ਵੀ ਡੁੱਬੇ ਸੁੱਤੇ ਹੋਣ ਆਪਣੇ ਆਪਣੇ ਅੰਦਰਾਂ ਚ ਨਾਲ ਸਾਰਾ ਦਿਨ ਪੁੱਤਰ ਬਾਹਰ ਅੰਦਰ ਹੀ ਹੁੰਦੇ ਨੇ ਅਮਾ ਜੀ ਪਤਾ ਕੀ ਅਸੀਂ ਹਰ ਵਕਤ ਤੁਹਾਡੇ ਕੋਲ ਮੌਜੂਦ ਹਾਂ ਲੇਕਿਨ ਜਿਹੜਾ ਸਾਥ ਹੁੰਦਾ ਹੈ ਨਾ ਸਾਥ ਦਾ ਬੜਾ ਸਹਾਰਾ ਇਹ ਹੁੰਦਾ ਤੇ ਅਹਿਮਦ ਆਂਦਾ ਹੈ ਕਿ ਸਾਨੂੰ ਇੰਨਾ ਫਿਕਰ ਹੋਵੇ ਕਿ ਹੁਣ ਵੇਖ ਮੈਂ ਸਰਗੀ ਜਦੋਂ ਉੱਠਣੀ ਆ ਨਾ ਮੈਂ ਮਾਰ ਕੇ ਉੱਠ ਕੇ ਵਜ਼ੂ ਕਰਕੇ ਤੇ ਆਪਣੀ ਨਮਾਜ਼ ਸ਼ੁਰੂ ਕਰ ਤੇ ਤੇਰੇ ਅੱਬੂ ਉੱਠਦੇ ਨੇ ਉਹ ਉੱਠ ਕੇ ਮੈਨੂੰ ਕੋ ਫ੍ਰਿਜ ਚੋਂ ਕੋ ਦਹੀਂ ਜਾਂ ਕੋ ਜਿਹੜੀ ਸ਼ੈ ਖਾਣਾ ਕੋ ਫਰੂਟ ਹੋਵੇ ਉਹ ਲਿਆ ਦਿੰਦੇ ਕੋ ਲਿਆ ਕੇ ਤੇ ਇੱਥੇ ਤਾਰ ਛੱਡਦੇ ਨੇ ਮੈਨੂੰ ਇੰਨੀ ਸਹੂਲਤ ਬੜੀ ਏ ਫਿਰ ਮੈਂ ਨਮਾਜ਼ ਪੜ੍ਹ ਲਾਂਗੀ ਤੇ ਫਿਰ ਉੱਤੋਂ ਕੁਰਾਨ ਪਾਕ ਪਿਆ ਹੋਏਗਾ ਵੀ ਮੇਰੇ ਕੋਲ ਮੈਂ ਨਹੀਂ ਯਾ ਅੱਲਾ ਤੇਰਾ ਸ਼ੁਕਰ ਮੈਂ ਖੁਦ ਸੋਚਨੀ ਆ ਕਿ ਅਗਰ ਮੈਂ ਹੋਵਾਂ ਕੱਲੀ ਇਸੇ ਤੋਂ ਤੇ ਤੁਸੀਂ ਆਂਦੇ ਹੋ ਪੁੱਤਰ ਜਿੱਥੇ ਜਾਣਾ ਅਸਾਂ ਇਕੱਠਿਆਂ ਜਾਣਾ ਇਹ ਮਤ ਸੋਚ ਇਹਨਾਂ ਦੀਆਂ ਲੜਾਈਆਂ ਨਾ ਸੋਚ ਇਹਨਾਂ ਦਾ ਬੜਾ ਪਿਆਰ ਮੈਂ ਵੀ ਇਤਫਾਕ ਕਰਨਾ ਦੇਖੋ ਮੀਆਂ ਬੀਵੀ ਦਾ ਜਰਾ ਹੈਗਾ ਨਾ ਮੀਆਂ ਬੀਵੀ ਦਾ ਰਿਸ਼ਤਾ ਹੀ ਤੇ ਯਾਸਰ ਇਹ ਗੱਲ ਕਰਦਾ ਤੇ ਉਦੋਂ ਸਾਰੇ ਇਹਨੂੰ ਭੈੜਾ ਕਿਉਂ ਆਂਦੇ ਨਹੀਂ ਤੂੰ ਗੱਲਾਂ ਹੋਰ ਲੱਗ ਸਾਡੇ ਵੱਲ ਗੱਲ ਹੋਈ ਨਾ ਇਹ ਗੱਲਾਂ ਮੈਂ ਵੀ ਇਹੀ ਕਰਨਾ ਲੱਗ ਜਿੰਨਾ ਲੱਗਣੇ ਲੱਗ ਇਹ ਲੱਗਦੇ ਲੁਗਦੇ ਕੋਈ ਨਹੀਂ ਇਹਨਾਂ ਗੱਲ ਅੱਜ ਤੱਕ ਨਹੀਂ ਮੰਨੀ ਜਿਹੜੀ ਗੱਲ ਹੈ ਨਾ ਸਿਰਫ ਇੰਨਾ ਕੁ ਐਵੇਂ ਕੋਈ ਸ਼ੈ ਫੜਾ ਦੇਣ ਤੇ ਬੜੀ ਅਹਿਸਾਸ ਜੇ
ਇਹਨਾਂ ਨੂੰ ਮੈਂ ਹੁਣੇ ਵੇਖੀ ਇੱਕ ਗੱਲ ਆਖਾਂ ਵੇਖੀ ਟੱਪ ਕੇ ਆ ਉੱਥੇ ਉੱਠ ਕੇ ਤੁਰ ਜਾਣਾ ਅਮਾ ਜੀ ਇਹਨਾਂ ਸਾਰੀਆਂ ਗੱਲਾਂ 'ਚ ਮੈਂ ਇੱਕ ਛੋਟੀ ਜਿਹੀ ਗੱਲ ਕਰਾਂ ਬੜੀ ਸਖਤ ਤੇ ਤਲਖ ਔਰ ਇਹ ਅੱਜ ਦੀ ਦੁਨੀਆ ਦੀ ਹਕੀਕਤ ਹੈ। ਔਰਤ ਕੀ ਚਾਹੁੰਦੀ ਹੈ ਮੈਂ ਤੁਹਾਨੂੰ ਦੱਸਣਾ। ਔਰਤ ਆਪਣੇ ਬੰਦੇ ਨਾਲ ਜਦੋਂ ਸ਼ਾਦੀ ਹੋ ਜਾਂਦੀ ਹੈ ਤੇ ਘਰਦਿਆਂ ਤੋਂ ਵੱਖਰਿਆ ਰਹਿਣਾ ਚਾਹੁੰਦੀ ਹੈ, ਇਹ ਹੀ ਹੈ ਨਾ। ਔਰ ਜਦੋਂ ਵਡੇਰੀ ਹੋ ਜਾਂਦੀ ਹੈ ਔਰਤ ਆਪਣੇ ਬੱਚਿਆਂ ਦੇ ਨਾਲ ਰਹਿਣਾ ਚਾਹੁੰਦੀ ਚਾਹੁੰਦੀ ਹੈ ਗੱਲ। ਬਿਲਕੁਲ ਜਿਹੜਾ ਬੰਦਾ ਸੋਹਣੀ ਕੀਤੀ ਆ ਜਿਹੜਾ ਬੰਦਾ ਸਿਆਣਾ ਹੈ ਨਾ ਇਹ ਗੱਲ ਨੂੰ ਸਮਝ ਜਾਏਗਾ ਜਿਹੜੀ ਮੈਂ ਗੱਲ ਕੀਤੀ ਹੈ ਨਾ। ਬਿਲਕੁਲ। ਔਰ 100 to 10% ਇਹ ਗੱਲ ਹੈ। ਇਹ ਗੱਲ ਦੇ ਵਿੱਚ ਤੇਰੀ 10 ਬਟਾ ਉੱਤੇ 10 ਨੇ ਹਾਂ ਸਮਝ ਆਈ ਵੱਖਰੇ ਜਦੋਂ ਵਿਆਹਿਆ ਹੋਣਾ ਨਾ ਤਾਂ ਉਦੋਂ ਆਖਣਾ ਮੈਂ ਤੇ ਮੇਰਾ ਬੰਦਾ ਤੇ ਤੀਜੇ ਦਾ ਮੱਥਾ ਪੰਨਾ ਹਾਂਜੀ ਤੇ ਜਦੋਂ ਹੋਣਾ ਵਡੇਰੇ ਤੱਕ ਨਾ ਮੇਰਾ ਬਾਲ ਬੱਚਾ ਇਕੱਠਾ ਰਵੇ ਰਵੇ। ਇਕੱਠਾ ਰਵੇ ਮੇਰੇ ਕੋਲ ਰਵੇ ਮੇਰੀ ਤੌਂ ਤੇ ਮੈਨੂੰ ਸਾਰੇ ਹੀ ਦਿਸਣ ਨੂੰਹਾਂ ਵੀ ਦਿਸਣ ਤੇ ਪੋਤਰੀਆਂ ਦਿਸਣ ਤੇ ਜਵਾਈ ਵੀ ਆਉਣ ਤੇ ਧੀਆਂ ਵੀ ਆਉਣ ਤੇ ਫਿਰ ਉਹ ਗੱਲਾਂ ਤੇ ਨਹੀਂ ਨਾ ਰਹਿੰਦੀਆਂ ਉਹ ਤੇ ਫਿਰ ਬਖੇਵੇ ਵਾਲੀਆਂ ਹੁੰਦੀਆਂ ਹੀ ਹੁੰਦੀਆਂ ਹਾਂਜੀ ਮਾਂ ਜੀ ਇਕੱਠਿਆਂ 'ਚ ਤੁਹਾਨੂੰ ਉਹ ਪਤਾ ਹਿਸਾਬ ਫਿਰ ਹੈ। ਇਕੱਠਿਆਂ 'ਚ ਹੈਗੇ ਮਜ਼ੇ ਬੜੇ ਨੇ ਪਰ ਇਕੱਠਿਆਂ 'ਚ ਸਿਆਪੇ ਵੀ ਬੜੇ ਨੇ। ਉਹ ਹੈ ਵੇ ਜਦੋਂ ਮੈਂ ਨੂੰਹ ਸਾਂ ਉਦੋਂ ਮੈਨੂੰ ਸੱਸ ਨਾ ਚੰਗੀ ਲੱਗੀ ਤੇ ਜਦੋਂ ਮੈਂ ਸੱਸ ਬਣੀ ਉਦੋਂ ਮੈਨੂੰ ਨੂੰਹ ਨਾ ਚੰਗੀ ਲੱਗੀ ਅਮਾ ਜੀ ਗੱਲ ਇਹ ਹੈ ਕਿ ਇਹਦੇ ਵਿੱਚ ਸ਼ੱਕ ਕੋਈ ਨਹੀਂ ਕਿ ਬਹੁਤ ਸਾਰੇ ਫਾਇਦੇ ਵੀ ਨੇ ਜੁਆਇੰਟ ਫੈਮਿਲੀ ਦੇ, ਲੇਕਿਨ ਬਹੁਤ ਸਾਰੇ ਜਿਹੜੇ ਨੁਕਸਾਨ ਵੀ ਹੈ ਨੇ ਜੁਆਇੰਟ ਫੈਮਿਲੀ ਦੇ। ਵਿਆਹ ਹੀ ਨਹੀਂ ਜਾਂਦਾ ਕੁੜੀਆਂ ਕੋਲ। ਬਹੁਤ ਸਾਰੇ ਘਰ ਬਰਬਾਦ ਹੋਣ ਦੀ ਵਜ੍ਹਾ ਵੀ ਪਿੱਛੇ ਜੁਆਇੰਟ ਫੈਮਿਲੀਜ਼ ਵੀ ਹੈ ਨੇ ਤੇ ਬਹੁਤ ਸਾਰੇ ਆਪੋ ਆਪ ਵੀ ਜਿਹੜੇ ਨਾ ਘਰ ਦੇ ਵਿੱਚ ਰਿਸ਼ਤੇ ਖਰਾਬ ਹੋਣਾ ਡਿਵੋਰਸਾ ਹੁੰਦਾ ਜਿਹੜੇ ਟਾਈਮੋ ਟਾਈਮ ਸਾਈਡ ਤੇ ਵੀ ਹੋ ਜਾਂਦੇ ਨੇ ਨਾ ਉਹਦਾ ਵੀ ਬੜਾ ਅਮਲ ਕਰਦਾਰ ਹੈ। ਸਾਨੂੰ ਕੀ ਕਰਨਾ ਹੈ ਜੁਆਇਨ ਰੱਖਣਾ ਜੇ ਲੈਦਾ ਕਰਨਾ ਜੇ ਜੁਆਇਨ ਕਰਨਾ ਨਹੀਂ ਤੁਸੀਂ ਮੈਨੂੰ ਇਕੱਠੇ ਵੀ ਹੋਵੋ ਤਾਂ ਵੀ ਫਾਇਦਾ ਵੱਖਰੇ ਵੀ ਹੋਵੋ ਤਾਂ ਤਾਂ ਵੀ ਫਾਇਦਾ ਹੈ। ਤੁਸੀਂ ਅੱਗੇ ਹੀ ਵੱਖਰੇ ਹੋ ਕਿ ਹੁਣ ਤੁਸੀਂ ਹੁਣ ਦੁਬਾਰਾ ਗੱਲ ਮਕਾਓ ਨਾ ਹੁਣ ਕੀ ਕਰਨਾ ਜੇ ਜੁਆਇਨ ਕਰਨਾ ਜੇ ਜਾਂ ਰਾਤ ਭੇਜ ਮੈਂ ਛੜਿਆ ਰਾਜ਼ੀ ਜਾਂਦੇ ਇਸ ਤੇ ਜਾਂ ਆਸ ਖੇਡ ਕੇ ਇਕੱਠੇ 25-27 ਦਿਨ ਇਕੱਠੇ ਹੋਇਆ ਕਰੋ ਆਪਣੇ ਆਪਣੇ ਬਾਲ ਬੱਚੇ ਨੂੰ ਪਕਾ ਕੇ ਕਮਾ ਕੇ ਖਵਾਉਂਦੀਆਂ ਨੇ ਪੁੱਤਰ ਕਮਾਉਂਦੇ ਨੇ ਨੂੰਹਾਂ ਖਵਾਉਂਦੀਆਂ ਨੇ ਆਪਣੀ ਮਰਜ਼ੀ ਨਾਲ ਸਮਝਦੀਆਂ ਨੇ ਉੱਠਦੀਆਂ ਸਾਡੀ ਇੱਜ਼ਤ ਖਿਦਮਤ ਸੁਣੀ ਕਦੇ ਸਾਨੂੰ ਕੋਈ ਇਤਰਾਜ਼ ਨਹੀਂ ਮਗਰ ਮਾਲ ਮਤਲਬ ਜਿਹੜਾ ਜੋ ਪਿਛਾ ਪਿੰਡ ਕੱਲੀ ਜਾ ਅੱਲਾ ਅੱਲਾ ਕੋਈ ਨਹੀਂ ਮਸਲਾ ਚਲੋ ਜੀ ਚੀਮਾ ਸਾਹਿਬ ਹਾਂਜੀ। ਫਿਰ ਅੱਜ ਇਸ ਗੱਲ ਨੂੰ ਮਕਾਈ ਹੁਣ ਚਾਹੁੰਦੇ ਨੂੰ ਮੈਂ ਸਮਝਾਵਾ ਹਾਂਜੀ। ਮੇਰਾ ਬਾਊ ਜਿੱਥੇ ਤੂੰ ਹੈਗਾ ਉੱਥੇ ਰਹਿ ਅੱਲਾ ਦਾ ਉੱਥੇ ਹੀ ਰਹਿ। ਠੀਕ ਹੈ ਨਾ ਤੇ ਅਜੇ ਨਾ ਇੱਧਰ ਆਵੇ ਅਜੇ ਮੂੰਹ ਵੀ ਨਾ ਕਰੇ ਅਜੇ ਇੱਧਰ। ਬੱਚੇ ਜਿਹੜੇ ਨੇ ਤੁਹਾਡੇ ਛੋਟੇ ਨੇ ਘੋਲ ਕੇ ਨਾ ਕੱਖ ਨਹੀਂ ਤੋਂ ਛੱਡਣਾ ਮਦਦ ਦੀ ਗੱਲ ਸੁਣੋ ਕੱਲ ਮੇਰੀ ਉਹਦੇ ਨਾਲ ਗੱਲ ਹੋਈ ਗੋਰੇ ਨਾਲ ਉਹ ਕਹਿੰਦਾ ਤੁਸੀਂ ਪਾਗਲ ਅਸੀਂ ਵੇਚਣੇ ਨਹੀਂ ਅਸੀਂ ਆਪਣੀ ਮਦਦ ਆਪਣੀ ਰੀਝਾਂ ਵਾਸਤੇ ਬਣਾਇਆ ਹੈ, ਅਸੀਂ ਉਹਦਾ ਨਾਂ ਕੀ ਹੈ ਉਹਨੇ ਕਾਲੇ ਨੇ ਇੰਨੀ ਮਿਹਨਤ ਨਾਲ ਬਣਾਇਆ ਹੈ। ਨਹੀਂ, ਤੇ ਨਾਲੇ ਉਹ ਮੇਰੇ ਨਾਲ ਕੀ ਲੜਾਈ ਪਾਉਂਦਾ ਪਿਆ ਮੈਂ ਥੱਲੇ ਰਹਿਣਾ ਮੈਂ ਉੱਤੇ ਰਹਿਣਾ ਥੱਲੇ ਉੱਤੇ ਤੇ ਬਾਅਦ ਚ ਰਹੇਗਾ ਪਹਿਲਾਂ ਸਾਡਾ ਟੁੱਟਿਆ ਸਾਨੂੰ ਤੇ ਮੈਂ ਤੇ ਤੁਹਾਨੂੰ ਕੱਲ ਵੀ ਆਖਿਆ ਸੀ ਕਿ ਤੁਸੀਂ ਭੱਜਦੇ ਫਿਰਦੇ ਹੋ ਭਈ ਇਹ ਮੈਂ ਉੱਤੇ ਮੈਂ ਇੱਧਰ ਮੈਂ ਉੱਧਰ ਉਹਨੂੰ ਤੇ ਪੁੱਛ ਲਓ ਤੁਹਾਨੂੰ ਦਿੰਦਾ ਵੀ ਹੈ ਕਿ ਨਹੀਂ। ਨਾਲੇ ਪੁੱਤਰ ਕੱਲ ਹੀ ਘੜੀ ਆਈਆਂ ਸਾਨੀ ਨਾ ਉਹਨਾਂ ਇੰਗਲਿਸ਼ ਦੇ ਵਿੱਚ ਕਰਦੀਆਂ ਰਹੀਆਂ ਨਹੀਂ ਲੜਾਈ ਕਰ ਲੜਾਈ ਇੰਨੀ ਮਿਰੋ ਨੇ ਕੀਤੀ ਤੇ ਬਾਬੂ ਨਾ ਵੀ ਇਹਨੇ ਪੋਪੋ ਨੇ ਕੀਤੀ ਹੈ ਤੇ ਇਕੱਠੀਆਂ ਰਹਿਣ ਤੇ ਮੈਂ ਕਿਹਾ ਜੇ ਪੰਜਾਬੀ ਚ ਲੜੋ ਨਾ ਤੇ ਖੋ ਕੇ ਵਾਲ ਢੇਰ ਲਾ ਛੜੋ ਅਜੇ ਸ਼ੁਕਰ ਹੈ ਅੰਗਰੇਜ਼ੀ ਚ ਅਜੇ ਲੜਨ। ਸ਼ੁਕਰ ਅੰਗਰੇਜ਼ੀ ਚ ਲੜਦੀਆਂ ਰਹੀਆਂ ਯੈਸ ਮਾਈ ਗੋ ਤੇ ਨੋ ਮਾਈ ਯੈਸ ਕਰਦੀਆਂ ਰਹੀਆਂ ਨੇ ਮਾਂ ਜੀ ਬੱਚੇ ਇਸ ਵਾਸਤੇ ਉਹ ਉੱਥੇ ਚੰਗੇ ਨੇ ਤੇ ਤੁਸੀਂ ਇੱਥੇ ਚੰਗੇ ਅਸੀਂ 8 ਦਿਨ ਕਦੀ ਉਧਰ ਤੁਰ ਕੇ ਕਦੀ ਤੇਰੇ ਵਾਲ ਤੁਰ ਕੇ ਕਦੀ ਇੱਥੇ ਰਹਿ ਗਏ ਸਾਨੂੰ ਇੰਜ ਹੀ ਉਂਟੇ ਲੱਗਾ ਚਲੋ ਜੀ ਠੀਕ ਹੋ ਗਿਆ ਤੇ ਹੁਣ ਮੈਨੂੰ ਇਜਾਜ਼ਤ ਦਿਓ ਬਹਿ ਮੈਂ ਜਾ। ਆਇਆ ਤੁਹਾਡੇ ਕੋਲ ਇਜਾਜ਼ਤ ਲੈਣ ਮੈਂ ਚੱਲਾ ਵਾ ਆਪਣਾ ਬਾਲ ਬੱਚਿਆਂ ਨੂੰ ਸੈਲ ਤਫਰੀਹ ਕਰਾਉਣ ਠੀਕ ਹੈ ਵੇ ਤੇ ਨਾ 2-3 ਦਿਨ ਮੈਂ ਤੁਹਾਨੂੰ ਨਜ਼ਰ ਨਹੀਂ ਜਾਣਾ ਤੇ ਚੀਮਾ ਸਾਹਿਬ ਮੈਨੂੰ ਇਜਾਜ਼ਤ ਲੈ ਕੇ ਵੇ ਦਿਓ ਨਾ ਮਾਂ ਮੈਨੂੰ ਨਾਲ ਲੈ ਜਾ ਫਿਰ ਮੈਂ ਤੁਹਾਡੀ ਸੈਰ ਤੁਹਾਡੀ ਦੇਖਣੀ ਮਾਂ ਜੀ ਮੈਨੂੰ ਤਾਂ ਕੋਈ ਨਹੀਂ ਮਸਲਾ ਪਰ ਗੱਲ ਹੈਗੀ ਤੁਸੀਂ ਕੀ ਕਰੋਗੇ ਨਾਲ ਯਾਰਾ ਬੋਰ ਨਾਲ ਹੋ ਮੈਨੂੰ ਗਏ ਧਰੂ ਧਰੂ ਕੇ ਲਈ ਫਿਰਿਓ ਜੇ ਨਾਲੇ ਨਾ ਤੁਹਾਨੂੰ ਗੱਲਾਂ ਕਰਨ ਦਿਆਂਗੀ ਨਾ ਆਪ ਕਰਾਂਗੀ ਨਹੀਂ ਨਾ ਤੁਸੀਂ ਮੈਨੂੰ ਇਜਾਜ਼ਤ ਇਹ ਦਿਓ ਤਾਂ ਬਸ ਕੌੜਾ ਮੈਂ ਤਾਂ ਤੁਹਾਡੀ ਕੋਨਾ ਇਜਾਜ਼ਤ ਸੱਸ ਲੈਣ ਦੀ ਆਇਆ। ਉਹਨਾਂ ਦੀ ਤੂੰ ਕਿੱਦਣ ਆਏਗਾ ਵਾਪਸ? ਹੀਰਾ ਮੈਂ ਪਤਾ ਕੋਈ ਨਹੀਂ ਮੈਂ ਹੋ ਸਕਦਾ ਹਫਤਾ ਲਵਾ ਜਾਂ ਮੇਰਾ ਦਿਲ ਕੀਤਾ ਮੈਂ ਤੇ ਉੱਥੋਂ ਜਾਵਾਂ ਹੀ ਨਾ। ਪਾਕਿਸਤਾਨ ਤੁਰ ਜਾਵਾ ਕਿਉਂਕਿ ਹੱਲੇ ਅਗਲੀ ਮੰਜ਼ਲ ਦਾ ਨਹੀਂ ਮੈਨੂੰ ਪਤਾ ਅੱਛਾ ਜੀ। ਉਹ ਜਿਹੜੇ ਦੂਜੇ ਦੋ ਗਏ ਨੇ ਉਹ ਉੱਥੇ ਦਰਿਆ ਦੇ ਵਿੱਚ ਡੁੱਬੀਆਂ ਪਿਲਾਉਂਦੇ ਨੇ ਆਹੋ। ਹੈ ਉਹ ਕਸ਼ਤੀਆਂ ਤੇ ਬੈਠੇ ਤੇ ਇਹ ਹੈਗਾ ਫਿਲਹਾਲ ਕੋਈ 3-4 ਦਿਨ ਦਾ ਟੂਰ ਜੇ ਦਿਲ ਕੀਤਾ ਤੇ ਮਾਂ ਜੀ ਮੈਂ ਅੱਗੋਂ ਪਾਕਿਸਤਾਨ ਵੀ ਤੁਰ ਜਾਣਾ ਮੇਰਾ ਭਾਰਤ, ਪਾਕਿਸਤਾਨ ਏਡਾ ਤੂੰ ਸ਼ਾਹਰੁਖ ਖਾਨ ਸ਼ਾਹਰੁਖ ਮਾਂ ਜੀ ਕੀ ਕਰਦੇ ਹੋ ਤੁਹਾਡਾ ਪੁੱਤਰ ਸ਼ਾਹਰੁਖ ਖਾਨ ਨਾਲ ਘੱਟ ਨਹੀਂ ਹੈਗਾ ਕਦੀ ਗਰੂਰ ਨਹੀਂ ਕੀਤਾ ਨਹੀਂ ਸੋਹਣਾ ਤੇ ਤੂੰ ਆਇਆ ਮਾਸ਼ਾ। ਤੇ ਸੋਹਣਾ ਤੇ ਮਾਸ਼ਾਅੱਲਾ ਬੜਾ ਹੈ ਇਹ ਮੇਰੇ ਵਾਲ ਓਰੀਜਨਲ ਹੈ ਇਹ ਮੈਂ ਕੋਈ ਉਹ ਨਹੀਂ ਟ੍ਰਾਂਸਪਲਾਂਟ ਨਹੀਂ ਕੀਤਾ ਓਰੀਜਨਲ ਵਾਲ ਹੈ ਮੇਰੇ ਲਾਵਾਂ ਗਿੱਟੇ ਤੇ ਤੇਰੇ ਭਰਾ ਨੇ ਵੀ ਜਿਹੜਾ ਵੇਖ ਕੈਸਾ ਰਿਜ਼ਲਟ ਹੈ ਲੋਕੀ ਕਹਿੰਦੇ ਨੇ ਮੇਰਾ ਬਹੁਤ ਪਲਾਸਟਿਕ ਦੇ ਨਹੀਂ ਆਪਣੇ ਵਾਲ ਨੇ ਸਮਝ ਆਈ। ਤੁਹਾਡੀ ਇਜਾਜ਼ਤ ਹੋਵੇ ਤੇ ਹਾਜੀ ਹੋਣਾ ਥੋੜਾ ਜਿਹਾ ਸਮਝਾ ਦਿਓ ਸਵੇਰ ਗੱਲੇ ਤੇ ਬਹਿਣਾ ਜੇ 8 ਵਜੇ ਪੂਰੇ ਦੁਕਾਨੇ ਹੋਣ ਠੀਕ ਹੈ ਉਹਦੇ ਬਾਅਦ ਸ਼ਾਮੀ 5 ਵਜੇ ਮੁੰਡਿਆਂ ਦੇ ਨਾਲ ਬੰਦ ਕਰਾ ਕੇ ਆਣ ਤੇ ਮੈਂ ਜਦੋਂ ਏਡੀ ਨਹੀਂ ਆਵਾਂਗਾ ਅੱਜ ਜਿਹੜਾ ਕੋਲ ਡਿਊਟੀ ਦੇ ਦੇ ਤੇ ਤੁਰਦੇ ਫਿਰਦੇ ਫੜਦੇ ਨਹੀਂ ਉਂਝ ਨੇ ਡਿਊਟੀਆਂ ਸ਼ੂਟੀਆਂ ਨਹੀਂ ਹੋਏ ਦਿੰਦੇ ਡਿਊਟੀ ਉੱਥੇ ਬੜੀ ਦਿੰਦੇ ਨੇ ਮਾਂ ਜੀ ਜਦੋਂ ਇਹ ਭਾਈ ਸਾਹਿਬ ਦਵਾ ਲੈਣਾ ਜੇ ਇੱਥੇ ਹੋਣੇ ਲੜਾਈ ਹੋ ਪੈਣੀ ਅੱਜ ਸਭ ਆਖੋ ਅਸਾਂ ਨਹੀਂ